हेलो एंड वेलकम माय डियर 8th क्लास स्टूडेंट्स। बेटे अज ਆਪਾਂ ਐਕਸਰਸਾਈਜ਼ ਕਰਾਂਗੇ ਤੁਹਾਡੀ 7.8 ਬਟ ਉਸ ਨੂੰ ਕਰਨ ਤੋਂ ਪਹਿਲਾਂ ਕਿਉਂਕਿ ਉਹਦੇ ਵਿੱਚ ਸਿਰਫ ਔਰ ਸਿਰਫ MCQs ਨੇ ਤੇ ਅਸੀਂ MCQs ਨੂੰ ਰੱਟਾ ਨਹੀਂ ਲਗਾਉਂਦੇ, ਅਸੀਂ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਤੇ ਹਰ ਗੱਲ ਨੂੰ ਸਿੱਖਦੇ ਹਾਂ। ਤਾਂ ਉਹ ਤੋਂ ਪਹਿਲਾਂ ਠੀਕ ਹੈ ਆਪਾਂ ਇਸ ਗੱਲ ਨੂੰ ਸਿੱਖਦੇ ਹਾਂ ਕਿ ਇਸ 'ਚ ਕੀ ਲੱਭਣਾ, ਆਪਾਂ ਕਾਹਦੇ MCQs ਨੇ ਇਹ। ਤਾਂ ਦੇਖੋ ਇਹ ਹੈਗਾ ਫਾਈਨੈਂਸ਼ੀਅਲ ਅਵੇਅਰਨੈਸ, ਵਿੱਤੀ ਜਾਗਰੂਕਤਾ। ਇਹਨੇ ਇੱਕ ਐਗਜ਼ਾਮਪਲ ਦਿੱਤੀ ਹੈ ਪਹਿਲਾਂ ਕਿ ਪ੍ਰਿਤਪਾਲ ਸਿੰਘ ਜੋ ਹੈ ਉਹਨੇ ਆਪਣੇ ਪਰਿਵਾਰ ਲਈ ਰਾਤ ਦੇ ਖਾਣੇ ਦੀ ਯੋਜਨਾ ਬਣਾਈ। ਰਾਤ ਦੇ ਖਾਣੇ ਤੋਂ ਬਾਅਦ ਉਸਦੀ ਬੇਟੀ ਤਵਲੀਨ ਜੋ ਕਿ 8ਵੀਂ ਜਮਾਤ ਵਿੱਚ ਪੜ੍ਹਦੀ ਸੀ ਬਹੁਤ ਉਤਸੁਕ ਸੀ ਕਿ ਉਸਦੇ ਪਿਤਾ ਨੇ ਖਾਣ ਦੇ ਮੂਲ ਰਕਮ ਤੋਂ ਵੱਧ ਪੈਸੇ ਦਿੱਤੇ, ਮਤਲਬ ਜਿੰਨਾ ਬਿੱਲ ਬਣਿਆ ਉਸ ਤੋਂ ਵੱਧ ਪੈਸੇ ਦਿੱਤੇ। ਫਿਰ ਉਸਦੇ ਪਿਤਾ ਨੇ ਉਸਨੂੰ ਦੱਸਿਆ ਕਿ ਅਸੀਂ ਸਰਕਾਰ ਨੂੰ ਕੁਝ ਟੈਕਸ ਦਿੰਦੇ ਹਾਂ ਜਿਸ ਨੂੰ ਸਰਕਾਰ ਸੜਕਾਂ, ਬੁਨਿਆਦੀ ਢਾਂਚੇ, ਵਿੱਦਿਅਕ ਅਦਾਰੇ ਮਤਲਬ ਜਿਵੇਂ ਤੁਹਾਡੇ ਸਕੂਲ ਹੈ ਉਹਨਾਂ ਦੇ ਵਿਕਾਸ ਦੇ ਲਈ ਵਰਤਦੀ ਹੈ। ਸਾਡੇ ਕੋਲ ਦੋ ਤਰ੍ਹਾਂ ਦੇ ਟੈਕਸ ਹੁੰਦੇ ਨੇ, ਇੱਕ ਹੁੰਦੇ ਨੇ ਸਿੱਧੇ ਅਤੇ ਇੱਕ ਹੁੰਦੇ ਨੇ ਅਸਿੱਧੇ, ਡਾਇਰੈਕਟ ਅਤੇ ਇਨਡਾਇਰੈਕਟ। ਜਿਹੜੇ ਬੇਟਾ ਡਾਇਰੈਕਟ ਟੈਕਸ ਹੁੰਦੇ ਨੇ ਉਹ ਲੱਗਦੇ ਨੇ ਤੁਹਾਡੀ ਸਿੱਧੀ ਇਨਕਮ ਦੇ ਉੱਪਰ, ਜਿਨ੍ਹਾਂ ਦੀ ਆਮਦਨ ਸਰਕਾਰ ਨੂੰ ਪਤਾ ਹੁੰਦੀ ਹੈ, ਖਜ਼ਾਨੇ 'ਚੋਂ ਨਿਕਲਦੀ ਹੈ। ਜਿਵੇਂ ਮੁਲਾਜ਼ਮ ਨੇ ਸਾਰੇ ਤਾਂ ਉਹਨਾਂ ਦੀ ਆਮਦਨ ਪਤਾ ਹੁੰਦੀ ਹੈ, ਤਾਂ ਉਹਦੇ ਉੱਪਰ ਕਿਹੜਾ ਕਰ ਲੱਗਦਾ? ਸਿੱਧਾ ਕਰ। ਅਤੇ ਕੁਝ ਕਰ ਹੁੰਦੇ ਨੇ ਬੇਟਾ, ਜਿਵੇਂ ਇਹਨੇ ਵੀ ਆਪਣੇ ਸਿੱਧੇ ਕਰ ਦੇ ਵਿੱਚ ਆਮਦਨ ਕਰ ਦਿੱਤਾ ਹੈ, ਜਮ੍ਹਾਂ ਪੂੰਜੀ ਕਰ ਦਿੱਤਾ, ਠੀਕ ਹੈ। ਇਨਡਾਇਰੈਕਟ ਟੈਕਸ ਨੇ ਜਿਹੜੇ ਬੇਟਾ ਉਹ ਆਮਦਨ ਤੋਂ ਇਲਾਵਾ ਹੋਰ ਵਸਤੂਆਂ 'ਤੇ ਲਗਾਏ ਜਾਂਦੇ ਨੇ। ਹੁਣ ਇਹ ਹੋਰ ਵਸਤੂਆਂ ਕਿਸ ਤਰ੍ਹਾਂ ਦੀਆਂ ਨੇ? ਤਵਲੀਨ ਇਹਨਾਂ ਸਾਰਿਆਂ ਬਾਰੇ ਜਾਣਨ ਲਈ ਉਤਸੁਕ ਸੀ, ਠੀਕ ਹੈ। ਪ੍ਰਿਤਪਾਲ ਸਿੰਘ ਨੇ ਉਸ ਨੂੰ ਦੱਸਿਆ ਕਿ ਪਹਿਲਾਂ ਅਸੀਂ ਬਹੁਤ ਸਾਰੇ ਅਲੱਗ-ਅਲੱਗ ਅਸਿੱਧੇ ਕਰ ਦਿੰਦੇ ਸੀ, ਜਿਵੇਂ ਆਬਕਾਰੀ, ਵੈਟ, ਵਿਕਰੀ ਕਰ ਅਤੇ ਖਪਤਕਾਰ ਕਰ ਦੇ ਵੱਖ-ਵੱਖ ਰੂਪ ਹੁੰਦੇ ਸੀ। ਹਾਲਾਂਕਿ ਖਪਤਕਾਰ 'ਤੇ ਲਗਾਏ ਜਾਣ ਵਾਲੇ ਤਰੀਕੇ ਅਤੇ ਰੂਪ ਜਿਹੜੇ ਸੀ ਵੱਖ-ਵੱਖ ਸੀ, ਮਤਲਬ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਕਰ ਸੀ, ਅਲੱਗ-ਅਲੱਗ ਤਰ੍ਹਾਂ ਨਾਲ ਹੀ ਉਹ ਲਗਾਏ ਜਾਂਦੇ ਸੀ। ਸਭ ਦਾ ਜਿਹੜਾ ਪ੍ਰੋਸੀਜਰ ਸੀ, ਢੰਗ ਸੀ, ਵਿਧੀ ਸੀ, ਉਹ ਅਲੱਗ-ਅਲੱਗ ਸੀ। ਹੁਣ ਅੱਜ ਦੇ ਸਮੇਂ 'ਚ ਕੀ ਹੋ ਗਿਆ? ਬਹੁਤ ਸਾਰੇ ਕਰਾਂ ਨੂੰ ਇੱਕ ਕਰ ਵਿੱਚ ਮਿਲਾ ਦਿੱਤਾ ਗਿਆ, ਜਿਸ ਨੂੰ ਅਸੀਂ ਕਹਿੰਦੇ ਹਾਂ GST। ਤੁਸੀਂ ਵੀ ਬੇਟਾ ਆਪਣੀ ਇੰਨੀ ਛੋਟੀ ਉਮਰ ਦੇ ਵਿੱਚ, ਜਿੰਨੇ ਤੁਸੀਂ ਉਮਰ ਦੇ ਹੈਗੇ ਹੋ 14-15 ਸਾਲ ਦੇ, ਤਾਂ ਤੁਸੀਂ ਵੀ GST ਦੇ ਬਾਰੇ ਸਭ ਨੇ ਸੁਣਿਆ ਹੋਊਗਾ। ਤਾਂ GST ਕੀ ਹੈ ਬੇਟਾ? GST ਦੀ ਫੁੱਲ ਫਾਰਮ ਹੈ ਗੁੱਡਸ ਐਂਡ ਸਰਵਿਸ ਟੈਕਸ, ਵਸਤੂ ਅਤੇ ਸੇਵਾ ਕਰ, ਠੀਕ ਹੈ। ਅਤੇ ਇਹ ਸਰਕਾਰ ਨੇ, ਭਾਰਤ ਸਰਕਾਰ ਨੇ ਭਾਰਤ ਦੇ ਸੰਵਿਧਾਨ ਵਿੱਚ ਕਿੰਨਵੀਂ ਸੋਧ ਕੀਤੀ ਹੈ? 101ਵੀਂ ਸੋਧ, ਠੀਕ ਹੈ। ਅਤੇ ਇਹ ਫਿਰ ਉਸ ਤੋਂ ਬਾਅਦ ਕਿੰਨੀ ਨੂੰ ਲਾਗੂ ਹੋ ਗਿਆ ਸੀ? 1 ਜੁਲਾਈ 2017 ਨੂੰ। GST ਨੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਗਾਏ ਕਈ ਪੁਰਾਣੇ ਕਰਾਂ ਦੀ ਥਾਂ ਲੈ ਲਈ, ਠੀਕ। ਤਾਂ ਹੁਣ ਇਹ ਫਿਰ ਕਿਸ ਤਰ੍ਹਾਂ ਦੇ ਕਰ ਨੇ ਬੇਟਾ? ਨੈਕਸਟ ਪੇਜ 'ਤੇ ਪੜ੍ਹਦੇ ਹਾਂ ਆਪਾਂ। ਇੱਥੇ ਤੱਕ ਪਤਾ ਲੱਗ ਗਿਆ ਕਿ GST ਦੀ ਫੁੱਲ ਫਾਰਮ ਕੀ ਹੈ? ਗੁੱਡਸ ਐਂਡ ਸਰਵਿਸਿਜ਼ ਟੈਕਸ, ਵਸਤੂ ਅਤੇ ਸੇਵਾ ਕਰ। ਕਿਹੜੀ ਸੰਵਿਧਾਨ ਦੀ ਸੋਧ ਨਾਲ ਇਹ ਲਾਗੂ ਹੋਇਆ ਹੈਗਾ? 101ਵੀਂ ਸੋਧ ਨਾਲ। ਕਦੋਂ ਲਾਗੂ ਹੋਇਆ? 1 ਜੁਲਾਈ 2017 ਨੂੰ, ਠੀਕ ਹੈ। ਤਾਂ ਜਦੋਂ ਬੇਟਾ ਆਪਾਂ ਇਸ ਤਰ੍ਹਾਂ ਪੜ੍ਹਦੇ ਹਾਂ ਨਾ, ਆਪਾਂ ਨੂੰ ਬਹੁਤ ਵੱਧ ਜਾਣਕਾਰੀ ਮਿਲਦੀ ਹੈ ਰੱਟਾ ਲਗਾਉਣ ਨਾਲੋਂ। ਲਓ ਇਹ ਪੇਜ ਹੁਣ ਮੇਰੇ ਕੋਲ ਇੰਗਲਿਸ਼ ਮੀਡੀਅਮ ਦੇ ਵਿੱਚ ਹੈ। ਚਲੋ ਫਿਰ ਆਪਾਂ ਇਹਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਵਿੱਚ ਇਹਨੇ ਕਿਹਾ ਕਿ ਜਿਹੜੀ GST ਹੈ, ਸ਼ੁਰੂ ਤੋਂ ਹੀ ਪੜ੍ਹੀਏ। ਇਟ ਇਜ਼ ਐਨ ਇਨਡਾਇਰੈਕਟ ਟੈਕਸ। ਤਾਂ ਇਹ ਕਹਿੰਦੇ ਜਿਹੜਾ ਟੈਕਸ ਹੈ ਉਹ ਅਪ੍ਰਤੱਖ ਹੈ, ਅਸਿੱਧਾ ਹੈ, ਠੀਕ ਹੈ। ਕੰਜ਼ੰਪਸ਼ਨ ਬੇਸਡ ਹੈ, ਯੂਜ਼ਡ ਇਨ ਇੰਡੀਆ, ਭਾਰਤ ਦੇ ਵਿੱਚ ਹੈਗਾ। ਔਨ ਦਾ ਸਪਲਾਈ ਆਫ ਗੁੱਡਸ ਐਂਡ ਸਰਵਿਸਿਜ਼, ਵਸਤੂਆਂ ਅਤੇ ਸੇਵਾਵਾਂ ਦੇ ਉੱਪਰ ਲੱਗਦਾ ਹੈ। ਇਟ ਇਜ਼ ਲੈਵਿਡ ਐਟ ਐਵਰੀ ਸਟੈਪ ਇਨ ਦਾ ਪ੍ਰੋਡਕਸ਼ਨ ਪ੍ਰੋਸੈਸ। ਤਾਂ ਕਹਿੰਦੇ ਜਿੰਨੇ ਵੀ ਪੜਾਵ ਹੁੰਦੇ ਨੇ ਵੱਖ-ਵੱਖ ਉਤਪਾਦਨ ਦੇ, ਉਹਨਾਂ 'ਤੇ ਇਹ ਲੱਗਦਾ ਹੈ। ਬਟ ਰਿਫੰਡਿਡ ਟੂ ਆਲ ਦਾ ਪਾਰਟੀਜ਼ engaged in various stages of production except the final consumer who actually bears the GST। ਤਾਂ ਇਹਦੇ ਵਿੱਚ ਉਹਨੇ ਕੀ ਕਿਹਾ ਕਿ ਇਹ ਉਤਪਾਦਨ ਪ੍ਰਕਿਰਿਆ ਦੇ ਹਰ ਇੱਕ ਪੜਾਵ 'ਤੇ ਲੱਗਦਾ ਹੈ। ਅੰਤਿਮ ਉਪਭੋਗਤਾ ਜਿਹੜਾ ਕਿ GST ਨੂੰ ਸਹਿਣ ਕਰਦਾ ਹੈ, ਉਸ ਨੂੰ ਛੱਡ ਕੇ ਉਤਪਾਦਨ ਦੇ ਵੱਖ-ਵੱਖ ਪੜਾਵਾਂ ਵਿੱਚ ਸਾਰੀਆਂ ਪਾਰਟੀਆਂ ਨੂੰ ਵਾਪਸ ਕਰ ਦਿੱਤਾ ਜਾਂਦਾ। For collection, GST rates have been divided into 5 different tax slabs for collection of tax। ਕਹਿੰਦੇ ਟੈਕਸ ਦੀ ਵਸੂਲੀ ਦੇ ਲਈ ਇਹਨਾਂ ਨੂੰ
5 ਸਲੈਬਾਂ ਦੇ ਵਿੱਚ ਵੰਡਿਆ ਗਿਆ ਹੈ, ਮਤਲਬ ਵਸਤੂ ਦੇ ਹਿਸਾਬ ਨਾਲ ਵੰਡਿਆ ਗਿਆ। 0% ਟੈਕਸ ਵਾਲੀਆਂ ਮਤਲਬ ਜਿਨ੍ਹਾਂ 'ਤੇ ਕੋਈ ਟੈਕਸ ਹੀ ਨਹੀਂ ਲੱਗਦਾ ਉਹ ਵਸਤੂਆਂ ਵੀ ਨੇ, 5% ਵਾਲੇ ਵੀ ਨੇ, 12% ਵਾਲੇ ਵੀ ਨੇ, 18 ਵਾਲੇ ਵੀ ਨੇ, 28 ਵਾਲੇ ਵੀ ਨੇ। However, some products like petroleum, alcoholic drinks, electricity are presently outside the purview of GST। ਤਾਂ ਕਹਿੰਦੇ ਇਹਦੇ ਵਿੱਚ ਪੈਟਰੋਲੀਅਮ ਹੈ, ਅਲਕੋਹਲ ਵਾਲੀਆਂ ਵਸਤੂਆਂ ਨੇ ਅਤੇ ਜਿਹੜੇ ਬਿਜਲੀ ਨੇ ਇਹ ਇਸ 'ਤੇ GST ਨਹੀਂ ਲੱਗਦਾ। ਠੀਕ ਹੈ। ਹਾਂਜੀ, ਆਫਟਰ ਐਕਸਪਲੇਨਿੰਗ ਅਬਾਊਟ GST, ਮਿਸਟਰ ਪ੍ਰਿਤਪਾਲ ਸ਼ੋਡ ਹਰ ਦਾ ਰੈਸਟੋਰੈਂਟ ਬਿੱਲ ਇਨ ਵਿਚ 5% GST ਵਾਜ਼ ਇੰਪੋਜ਼ਡ ਔਨ ਫੂਡ ਆਰਡਰਡ ਫॉर ਡਿਨਰ। ਤਾਂ ਕਹਿੰਦੇ ਜਦੋਂ ਉਹਨਾਂ ਨੇ ਪ੍ਰਿਤਪਾਲ ਨੇ ਆਪਣੀ ਬੱਚੇ ਨੂੰ ਸਮਝਾਤਾ ਸਾਰਾ ਕੁਛ ਹੈ ਨਾ, ਫਿਰ ਉਹਨਾਂ ਨੇ ਰੈਸਟੋਰੈਂਟ ਦਾ ਜਿਹੜਾ ਬਿੱਲ ਸੀ ਉਹ ਦਿਖਾਇਆ ਜਿਹਦੇ 'ਚ ਉਹਨਾਂ ਨੇ ਰਾਤ ਦੇ ਖਾਣੇ ਲਈ ਆਰਡਰ ਕੀਤਾ ਸੀ ਅਤੇ ਉਹਨਾਂ 'ਤੇ 5% GST ਲੱਗਿਆ ਸੀ। ਦੇਅਰ ਆਫਟਰ ਤਵਲੀਨ ਵਾਜ਼ ਕੁਆਇਟ ਹੈਪੀ ਟੂ ਲਰਨ ਨਿਊ ਇਨਫੋਰਮੇਸ਼ਨ। ਉਸ ਤੋਂ ਬਾਅਦ ਤਵਲੀਨ ਬਹੁਤ ਖੁਸ਼ ਹੋਈ, ਉਸਨੇ ਇੱਕ ਕੁਛ ਨਵਾਂ ਸਿੱਖਿਆ ਸੀ। ਤਾਂ ਤੁਸੀਂ ਵੀ ਕੁਛ ਨਵਾਂ ਸਿੱਖਿਆ ਨਾ, ਤਾਂ ਚਲੋ ਫਿਰ ਆਨਸਰਸ ਦਿਓ। GST ਸਟੈਂਡਸ ਫॉर, ਤਾਂ GST ਦਾ ਕੀ ਅਰਥ ਹੈ? ਗੁੱਡਸ ਐਂਡ ਸਰਵਿਸਿਜ਼ ਟੈਕਸ। ਤਾਂ ਕਿਹੜਾ ਆਨਸਰ ਆਊਗਾ? ਸੀ, ਵਸਤੂ ਅਤੇ ਸੇਵਾ ਕਰ। GST ਇਜ਼ ਅਫੈਕਟਿਵ ਇਨ ਇੰਡੀਆ ਫਰੋਮ, ਭਾਰਤ ਦੇ ਵਿੱਚ GST ਕਦੋਂ ਲਾਗੂ ਹੋਇਆ? 1 ਜੁਲਾਈ 2017। ਹਾਊ ਮੈਨੀ ਡਿਫਰੈਂਟ ਟੈਕਸ ਸਲੈਬਸ ਆਰ ਦੇਅਰ ਇਨ GST? ਤਾਂ GST ਦੀਆਂ ਕਿੰਨੀਆਂ ਵੱਖ-ਵੱਖ ਟੈਕਸ ਸਲੈਬਸ ਨੇ? ਬੇਟਾ ਆਪਾਂ ਹੁਣੀ ਦੇਖੀਆਂ ਨੇ, 0, 5 ਹੈ ਨਾ, ਉਹ ਪੜ੍ਹੀਆਂ ਸੀ ਨਾ, 5 ਨੇਗੀਆਂ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਟੈਕਸ ਸਲੈਬ ਅੰਡਰ GST? ਤਾਂ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਟੈਕਸ ਸਲੈਬ ਨਹੀਂ ਹੈਗੀ? ਦੇਖੋ ਆਪਾਂ 0 ਵੀ ਪੜ੍ਹੀ ਆ, 5 ਵੀ ਪੜ੍ਹੀ ਹੈ, 12 ਵੀ ਪੜ੍ਹੀ ਹੈ, ਤਾਂ ਕਿਹੜੀ ਨਹੀਂ ਹੈਗੀ? 6%। ਵਿਚ ਅਮੈਂਡਮੈਂਟ ਆਫ ਦ ਕੌਨਸਟੀਟਿਊਸ਼ਨ ਇਜ਼ ਰਿਲੇਟਿਡ ਟੂ GST? ਤਾਂ ਕਹਿੰਦੇ GST ਜਿਹੜੀ ਹੈ ਉਹ ਸੰਵਿਧਾਨ ਦੀ ਕਿਹੜੀ ਸੋਧ ਦੇ ਨਾਲ ਹੋਈ ਹੈਗੀ ਇਹ ਇੰਪਲੀਮੈਂਟ? 101ਵੀਂ ਸੋਧ ਦੇ ਵਿੱਚ। ਵਿਚ ਆਫ ਦ ਫੋਲੋਇੰਗ ਇਜ਼ ਟੈਕਸਡ ਅੰਡਰ GST? ਤਾਂ ਕਹਿੰਦੇ GST ਦੇ ਅੰਡਰ ਕਿਹਦੇ 'ਤੇ ਟੈਕਸ ਲੱਗਦਾ? ਆਪਾਂ ਪੜ੍ਹਿਆ ਸੀ ਬੇਟਾ ਕਿ ਪੈਟਰੋਲੀਅਮ 'ਤੇ ਨਹੀਂ ਲੱਗਦਾ, ਐਲਕੋਹਲਿਕ ਡਰਿੰਕ 'ਤੇ ਨਹੀਂ ਲੱਗਦਾ, ਇਲੈਕਟ੍ਰੀਸਿਟੀ 'ਤੇ ਨਹੀਂ ਲੱਗਦਾ, ਫੂਡ 'ਤੇ ਲੱਗਿਆ ਸੀ। ਠੀਕ ਹੈ ਜੀ। ਤਾਂ ਇਹ ਹੋ ਗਈ ਬੱਚੇ ਆਪਣੀ ਐਕਸਰਸਾਈਜ਼ 7.8। 7.9 ਵੀ ਆਪਾਂ ਇਸੇ ਵੀਡੀਓ ਦੇ ਵਿੱਚ ਹੀ ਕੰਪਲੀਟ ਕਰਾਂਗੇ। ਹਾਂਜੀ, ਦੇਖੋ 7.9 ਇਹਦੇ ਬਾਰੇ ਆਪਾਂ ਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਪੜ੍ਹਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡਾ ਵੀ ਬੈਂਕਾਂ ਦੇ ਨਾਲ ਵਾਹ ਪੈਂਦਾ ਹੈ ਨਾ। ਕਦੇ ਤੁਸੀਂ ਤੁਹਾਨੂੰ ਟੀਚਰ ਭੇਜਦੇ ਆ ਕਿ ਭਾਈ ਵਜ਼ੀਫਾ ਚੈੱਕ ਕਰਕੇ ਆਓ ਵੀ ਆਇਆ ਕਿ ਨਹੀਂ ਆਇਆ, ਕਦੇ ਤੁਹਾਡੇ ਮੰਮੀ ਪਾਪਾ ਨਾਲ ਤੁਸੀਂ ਜਾਣਦੇ ਹੋ ਕਿ ਕਾਪੀ ਪੂਰੀ ਕਰਾ ਕੇ ਲਿਆਉਣੀ ਹੈ, ਤਾਂ ਬੈਂਕ ਦੇ ਨਾਲ ਤੁਹਾਡਾ ਵਾਹ ਹੈਗਾ। ਤਾਂ ਇਸੇ ਲਈ ਤੁਹਾਨੂੰ ਇਹਦੇ ਆਨਸਰਸ ਵੀ ਪਤਾ ਹੋਣਗੇ। ਚਲੋ ਚੈੱਕ ਕਰਦੇ ਹਾਂ ਤੁਹਾਨੂੰ ਇਹਨਾਂ ਦੇ ਆਨਸਰ ਪਤਾ ਨੇ। ਵੈਨ ਐਨ ਅਕਾਊਂਟ ਇਜ਼ ਓਪਨਡ ਇਨ 2 ਨੇਮਸ ਦਾ ਅਕਾਊਂਟ ਇਜ਼ ਨੋਨ ਐਜ਼? ਕਹਿੰਦੇ ਜਦੋਂ ਇੱਕ ਖਾਤਾ 2 ਨਾਵਾਂ ਨਾਲ ਖੋਲ੍ਹਿਆ ਜਾਂਦਾ ਹੈ ਤਾਂ ਉਸਨੂੰ ਕਿਹੜਾ ਖਾਤਾ ਕਿਹਾ ਜਾਂਦਾ ਹੈ? ਤਾਂ ਉਸਨੂੰ ਕਹਿੰਦੇ ਆ ਬੇਟਾ ਆਪਾਂ ਜੁਆਇੰਟ ਅਕਾਊਂਟ, ਸਾਂਝਾ ਖਾਤਾ। ਠੀਕ ਹੈ। ਦੂਜੀ ਗੱਲ, ਫॉर ਟੇਕਿੰਗ ਕੈਸ਼ ਆਊਟ ਆਫ ਐਨ ਅਕਾਊਂਟ ਵੀ ਹੈਵ ਟੂ ਫਿਲ ਅ ਡੈਸ਼ ਸਲਿੱਪ? ਕਹਿੰਦੇ ਜੇ ਆਪਾਂ ਬੈਂਕ ਦੇ ਵਿੱਚੋਂ ਪੈਸੇ ਕਢਵਾਉਣੇ ਨੇ ਤਾਂ ਸਾਨੂੰ ਕਿਹੜੀ ਪਰਚੀ ਭਰਨੀ ਪਊਗੀ? ਵਿਡਰਾਲ। ਇਹਨੂੰ ਪੰਜਾਬੀ 'ਚ ਕੀ ਲਿਖਿਆ ਹੋਇਆ? ਨਿਕਾਸੀ। ਵਿਡਰਾਲ ਵਾਲੀ ਪਰਚੀ ਭਰਨੀ ਪਊਗੀ। ATM ਸਟੈਂਡਸ ਫॉर, ATM ਦਾ ਅਰਥ ਕੀ ਹੈ ਬੇਟਾ? ਆਟੋਮੇਟਿਡ ਟੈਲਰ ਮਸ਼ੀਨ, ਫਸਟ ਵਨ। ਠੀਕ ਹੈ, ਪੰਜਾਬੀ 'ਚ ਵੀ ਇਹੀ ਲਿਖਿਆ ਹੋਇਆ। ਪਿਨ, PIN, ਪਿਨ ਸਟੈਂਡਸ ਫॉर, ਆਪਾਂ ਪਿਨ ਭਰਦੇ ਹਾਂ ਨਾ ਜਦੋਂ ATM 'ਤੇ ਆਪਾਂ ਕੁਛ ਪੈਸੇ ਕਢਾਉਣੇ ਆ ਤਾਂ ਆਪਾਂ ਨੂੰ 4 ਅੰਕਾਂ ਦਾ ਇੱਕ ਪਿਨ ਭਰਨਾ ਪੈਂਦਾ। ਤਾਂ ਪਿਨ ਦਾ ਮਤਲਬ ਕੀ ਹੈ? ਉਹਦਾ ਮਤਲਬ ਹੁੰਦਾ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ। ਕਿਹੜੀ ਆਪਸ਼ਨ ਹੈ? B ਆਪਸ਼ਨ। ਫॉर ਪੁਟਿੰਗ ਕੈਸ਼ ਇਨਟੂ ਐਨ ਅਕਾਊਂਟ ਵੀ ਹੈਵ ਟੂ ਫਿਲ ਅ ਡੈਸ਼ ਸਲਿੱਪ? ਕਹਿੰਦੇ ਜਦੋਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਣੇ ਨੇ ਫਿਰ ਆਪਾਂ ਕਿਹੜੀ ਪਰਚੀ ਭਰਨੀ ਹੈਗੀ? ਜਮ੍ਹਾਂ ਵਾਲੀ, ਡਿਪੋਜ਼ਿਟ ਵਾਲੀ। ਡੈਸ਼ ਲਿਸਟ ਦ ਟ੍ਰਾਂਜੈਕਸ਼ਨਸ ਕੈਰੀਡ ਆਊਟ ਇਨ ਦ ਅਕਾਊਂਟ? ਹੇਠਾਂ ਲਿਖਿਆਂ ਵਿੱਚੋਂ ਕਹਿੰਦੇ ਕਿਹੜਾ ਖਾਤੇ ਨਾਲ ਸੰਬੰਧਿਤ ਲੈਣ ਦੇਣ ਬਾਰੇ ਦੱਸਦਾ ਵੀ ਖਾਤੇ 'ਚ ਕਿੰਨੇ ਜਮ੍ਹਾਂ ਹੋਏ, ਕਿੰਨੇ ਕਢਾਏ, ਕਦੋਂ ਕਢਾਏ, ਕਿਵੇਂ ਕਢਾਏ, ਚੈੱਕ ਰਾਹੀਂ ਸੀ, ਕੀ ਸੀ, ਇਹ ਸਾਨੂੰ ਕੌਣ ਦੱਸਦਾ? ਇਹ ਸਾਨੂੰ ਦੱਸਦੀ ਹੈ ਪਾਸਬੁੱਕ। ਤਾਂ ਇਹ ਸੀਗੀ ਬੇਟਾ ਛੋਟੀ ਜੀ ਤੁਹਾਡੀ ਐਕਸਰਸਾਈਜ਼ 7.9। ਮੈਨੂੰ ਆਸ ਹੈ ਤੁਹਾਨੂੰ ਦੋਨੋਂ ਐਕਸਰਸਾਈਜ਼ਸ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਤਾਂ ਬੇਟਾ ਜੀ ਫਸਟ ਕੰਮ ਤੁਸੀਂ ਕੀ ਕਰਨਾ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਵੀਡੀਓਜ਼ ਨੂੰ ਲਾਈਕ ਕਰਨਾ ਹੈ ਅਤੇ ਇਸ ਨੂੰ ਅੱਗੇ ਸ਼ੇਅਰ ਵੀ ਕਰਨਾ ਹੈ। ਬਾਏ ਬੇਟਾ, ਟੇਕ ਕੇਅਰ।